Hi, this is Ishan Agarwal from Malerkola. I hope you all are doing well. ਅੱਜ ਆਪਾਂ ਪੜਾਂਗੇ ਫੰਕਸ਼ਨਲ ਮੈਨੇਜਰ ਦੇ ਐਗਜ਼ਾਮ ਲਈ ਮੈਨੇਜਮੈਂਟ ਟੈਕਨੀਕ ਦਾ ਪਾਰਟ 3। ਜੋ ਸਟੂਡੈਂਟਸ ਨੇ ਹਜੇ ਤੱਕ ਮੇਰਾ ਪਾਰਟ 1 ਤੇ ਪਾਰਟ 2 ਨਹੀਂ ਦੇਖਿਆ, ਮੇਰੀ ਰਿਕੁਐਸਟ ਹੈ ਕਿ ਤੁਸੀਂ ਪਾਰਟ 1 ਤੇ ਪਾਰਟ 2 ਦੇਖੋ, ਕਿਉਂਕਿ ਜੋ ਅੱਜ ਦੇ ਮੈਂ MCQ ਕਰਵਾਉਂਗਾ ਉਹਨਾਂ ਦੇ ਕੁਝ ਕਨਸੈਪਟ ਫਸਟ ਐਂਡ ਸੈਕੰਡ ਪਾਰਟ ਦੀ ਵੀਡੀਓ ਦੇ ਨਾਲ ਆਪਸ 'ਚ ਇੰਟਰਲਿੰਕ ਹੈ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੂੰਗਾ ਕਿ ਅਸੀਂ ਮੈਨੇਜਮੈਂਟ ਟੈਕਨੀਕਸ ਦੇ ਨੋਟਸ ਤੇ ਫੰਕਸ਼ਨਲ ਮੈਨੇਜਰ ਐਗਜ਼ਾਮ ਦੀ ਟੈਸਟ ਸੀਰੀਜ਼ ਵੀ ਲਾਂਚ ਕੀਤੀ ਹੋਈ ਹੈ। ਬਾਕੀ ਉਹਦੇ ਬਾਰੇ ਅਗਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਉਹਦੇ ਬਾਰੇ ਦੇਖ ਸਕਦੇ ਹੋ। ਸੋ ਐਜ਼ ਦਾ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ। ਫਰਸਟ ਕੁਐਸਚਨ, ਵਿਚ ਆਫ ਦਾ ਫੋਲੋਇੰਗ ਬੈਸਟ ਇੰਡੀਕੇਟਸ ਦਾ ਇੰਪੋਰਟੈਂਸ ਆਫ ਬਿਜ਼ਨਸ ਇਨਵਾਇਰਨਮੈਂਟ। ਇਹਨਾਂ 'ਚੋਂ ਕਿਹੜਾ ਬਿਜ਼ਨਸ ਇਨਵਾਇਰਨਮੈਂਟ ਦੀ ਇੰਪੋਰਟੈਂਸ ਨੂੰ ਸ਼ੋ ਕਰ ਰਿਹਾ। ਹੁਣ ਦੇਖੋ ਬਿਜ਼ਨਸ ਇਨਵਾਇਰਨਮੈਂਟ ਕੀ ਹੁੰਦਾ ਹੈ। ਬਿਜ਼ਨਸ ਇਨਵਾਇਰਨਮੈਂਟ ਉਹ ਇਨਵਾਇਰਨਮੈਂਟ ਹੁੰਦਾ ਹੈ ਜਿਹਦੇ ਵਿੱਚ ਰਹਿ ਕੇ ਆਪਣੀ ਜੋ ਬਿਜ਼ਨਸ ਐਕਟੀਵਿਟੀਜ਼ ਆਪਾਂ ਪਰਫਾਰਮ ਕਰਦੇ ਹਾਂ। ਇਹ ਇੱਕ ਇੰਟਰਨਲ ਇਨਵਾਇਰਨਮੈਂਟ ਹੁੰਦਾ ਹੈ, ਇੱਕ ਇਹ ਐਕਸਟਰਨਲ ਇਨਵਾਇਰਨਮੈਂਟ ਹੁੰਦਾ ਹੈ। ਸੋ ਦੇਖਦੇ ਹਾਂ ਕਿ ਬਿਜ਼ਨਸ ਇਨਵਾਇਰਨਮੈਂਟ ਦੇ ਆਪਾਂ ਨੂੰ ਇੰਪੋਰਟੈਂਸ ਕੀ ਹੁੰਦੀ ਹੈ। ਪਹਿਲਾ ਹੈਗਾ ਆਈਡੈਂਟੀਫਿਕੇਸ਼ਨ। ਇੱਥੇ ਆਈਡੈਂਟੀਫਿਕੇਸ਼ਨ ਦਾ ਮਤਲਬ ਹੋਇਆ ਹੈ ਆਈਡੈਂਟੀਫਿਕੇਸ਼ਨ ਆਫ ਥ੍ਰੈਟਸ ਐਂਡ ਓਪਰਚੁਨਿਟੀਜ਼। ਜਦੋਂ ਆਪਾਂ ਬਿਜ਼ਨਸ ਇਨਵਾਇਰਨਮੈਂਟ ਦੀ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਆਪਣੇ ਫਰਮ ਲਈ ਕੀ ਓਪਰਚੁਨਿਟੀਜ਼ ਆਉਣ ਵਾਲੀਆਂ ਨੇ ਜਾਂ ਫਿਰ ਕੀ ਥ੍ਰੈਟਸ ਆਉਣ ਵਾਲੇ ਆ। ਸੋ ਇਹ ਬਿਲਕੁਲ ਇਹਦਾ ਇੰਪੋਰਟੈਂਸ ਹੈ। ਦੂਸਰਾ ਦੇਖਦੇ ਹਾਂ ਇੰਪਰੂਵਮੈਂਟ ਇਨ ਪਰਫਾਰਮੈਂਸ। ਜਦੋਂ ਆਪਾਂ ਬਿਜ਼ਨਸ ਇਨਵਾਇਰਨਮੈਂਟ ਦੀ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਨੂੰ ਕੀ ਇੰਪਰੂਵਮੈਂਟ ਚਾਹੀਦੀਆਂ ਨੇ ਆਪਣੀ ਫਰਮ ਦੇ ਅੰਦਰ, ਜਿਸ ਨਾਲ ਆਪਣੀ ਪਰਫਾਰਮੈਂਸ ਹੈ ਉਹ ਵੀ ਇਨਕਰੀਜ਼ ਹੋ ਸਕੇ। ਸੋ ਬਿਲਕੁਲ ਸਹੀ ਹੈ ਵੀ। ਕੋਪਿੰਗ ਵਿਦ ਦੀ ਰੈਪਿਡ ਚੇਂਜਸ। ਬਿਜ਼ਨਸ ਇਨਵਾਇਰਨਮੈਂਟ ਆਪਾਂ ਨੂੰ ਦੱਸਦਾ ਕਿ ਆਉਣ ਵਾਲੀ ਟੈਕਨੋਲੋਜੀ ਕੀ ਹੈ ਜਾਂ ਕੀ ਚੇਂਜਸ ਹੋਣ ਵਾਲੀਆਂ ਨੇ ਬਾਹਰਲੇ ਇਨਵਾਇਰਨਮੈਂਟ ਦੇ ਵਿੱਚ। ਸੋ ਆਪਾਂ ਨੂੰ ਜਿਹੜਾ ਬਿਜ਼ਨਸ ਇਨਵਾਇਰਨਮੈਂਟ ਹੈ ਹੈਲਪ ਕਰਦਾ ਆਪਣੇ ਫਰਮ ਦੇ ਅੰਦਰ ਵੀ ਚੇਂਜਸ ਲਿਆਉਣ 'ਚ। ਸੋ ਸਾਰੇ ਹੀ ਇਹਦੇ ਇੰਪੋਰਟੈਂਸ ਹੈ। ਸੋ ਆਪਣਾ ਆਨਸਰ ਕੀ ਹੈ? ਆਲ ਆਫ ਦੈਮ। ਸੈਕਿੰਡ ਕੁਐਸਚਨ ਦੇਖਦੇ ਹਾਂ ਕੀ ਹੈ। ਕੋਆਰਡੀਨੇਸ਼ਨ ਇਜ਼ ਦਾ, ਜਿਹੜਾ ਕੋਆਰਡੀਨੇਸ਼ਨ ਹੈ ਨਾ ਜੋ ਕੀ ਹੈ, ਕੋਆਰਡੀਨੇਸ਼ਨ ਇਜ਼ ਦਾ ਫੰਕਸ਼ਨ ਆਫ ਮੈਨੇਜਮੈਂਟ, ਐਸੈਂਸ ਆਫ ਮੈਨੇਜਮੈਂਟ, ਆਬਜੈਕਟਿਵ ਆਫ ਮੈਨੇਜਮੈਂਟ, ਜਾਂ ਇਹਨਾਂ 'ਚੋਂ ਕੁਛ ਵੀ ਨਹੀਂ। ਹੁਣ ਮੈਂ ਤੁਹਾਨੂੰ ਦੱਸਿਆ ਸੀ ਫੰਕਸ਼ਨ ਆਫ ਮੈਨੇਜਮੈਂਟ ਕਿਹੜੇ ਕਿਹੜੇ ਹੁੰਦੇ ਆ। ਉਹ ਪਲੈਨਿੰਗ ਹੁੰਦਾ ਆਪਣਾ, ਠੀਕ ਹੈ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਤੇ ਕੰਟਰੋਲਿੰਗ। ਇਹ ਤਾਂ ਆ ਗਏ 5 ਫੰਕਸ਼ਨਸ ਆਫ ਮੈਨੇਜਮੈਂਟ ਜੋ ਹੈ, ਠੀਕ ਹੈ। ਬਾਕੀ ਕੋਆਰਡੀਨੇਸ਼ਨ ਕੀ ਹੈ? ਕੋਆਰਡੀਨੇਸ਼ਨ ਜੋ ਹੈ ਉਹ ਇਹਨਾਂ ਦਾ ਛੋਟਾ ਛੋਟਾ ਹਰ ਇੱਕ ਦਾ ਪਾਰਟ ਹੈ, ਕਿਉਂਕਿ ਵਿਦਆਊਟ ਕੋਆਰਡੀਨੇਸ਼ਨ ਇਹ ਸਾਰੀ ਚੀਜ਼ਾਂ ਕਰਨੀਆਂ ਆਪਸ 'ਚ ਪੋਸੀਬਲ ਨਹੀਂ ਹੈਗੀਆਂ। ਕਿਉਂਕਿ ਅਗਰ ਤੁਸੀਂ ਪਲੈਨਿੰਗ ਕਰੋਗੇ ਉਹਦੇ ਵਿੱਚ ਵੀ ਕੋਆਰਡੀਨੇਸ਼ਨ ਚਾਹੀਦੀ ਆ, ਆਰਗੇਨਾਈਜ਼ਿੰਗ ਕਰੋਗੇ ਉਹਦੇ ਵਿੱਚ ਵੀ ਕੋਆਰਡੀਨੇਸ਼ਨ ਚਾਹੀਦੀ ਹੈ, ਸਟਾਫਿੰਗ ਦੇ ਵਿੱਚ ਵੀ, ਡਾਇਰੈਕਟਿੰਗ ਦੇ ਵਿੱਚ ਵੀ, ਕੰਟਰੋਲਿੰਗ ਦੇ ਵਿੱਚ ਵੀ। ਸੋ ਇਹ ਜਿਹੜੇ ਬਾਕੀ ਹੈ ਫੰਕਸ਼ਨ ਆਫ ਮੈਨੇਜਮੈਂਟ ਤਾਂ ਆਪਣੇ ਹੈਗੇ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ, ਤੇ ਕੋਆਰਡੀਨੇਸ਼ਨ ਉਹਨਾਂ ਦਾ ਇੱਕ ਇੰਪੋਰਟੈਂਟ ਪਾਰਟ ਹੈ। ਸੋ ਇਹ ਫੰਕਸ਼ਨ ਨਹੀਂ ਹੈਗਾ ਸਿਰਫ ਮੈਨੇਜਮੈਂਟ ਦਾ। ਬੀ ਦੇਖਦੇ ਹਾਂ ਕੀ ਹੈ, ਦ ਐਸੈਂਸ ਆਫ ਮੈਨੇਜਮੈਂਟ। ਐਸੈਂਸ ਮਤਲਬ ਇਹ ਹੁੰਦਾ ਕਿ ਬਹੁਤ ਇੰਪੋਰਟੈਂਟ ਪਾਰਟ ਜਿਸ ਤੋਂ ਬਿਨਾ ਕੋਈ ਵੀ ਚੀਜ਼ ਪੂਰੀ ਨਹੀਂ ਹੋ ਸਕਦੀ। ਸੋ ਕੋਆਰਡੀਨੇਸ਼ਨ ਇੱਕ ਐਸੈਂਸ ਹੈ ਮੈਨੇਜਮੈਂਟ ਦੀ, ਜਿਸ ਤੋਂ ਬਿਨਾ ਇਹਦੇ ਫੰਕਸ਼ਨਸ ਵਗੈਰਾ ਜਿਹੜੇ ਹੈ ਉਹ ਅਧੂਰੇ ਹੈ, ਠੀਕ ਹੈ ਨਾ। ਕੋਆਰਡੀਨੇਸ਼ਨ ਤੋਂ ਬਿਨਾ ਕੋਈ ਵੀ ਮੈਨੇਜਮੈਂਟ ਸਕਸੈਸਫੁਲ ਨਹੀਂ ਹੋ ਸਕਦੀ ਹੈਗੀ। ਸੋ ਆਪਣਾ ਆਨਸਰ ਕੀ ਹੈ? ਕੋਆਰਡੀਨੇਸ਼ਨ ਇਜ਼ ਦਾ ਐਸੈਂਸ ਆਫ ਮੈਨੇਜਮੈਂਟ। ਆਬਜੈਕਟਿਵ ਨਹੀਂ ਹੈਗਾ। ਆਬਜੈਕਟਿਵ ਮੈਂ ਤੁਹਾਨੂੰ ਦੱਸਿਆ ਸੀ ਕੀ ਹੁੰਦਾ ਹੈ, ਸੈਟ ਆਫ ਗੋਲਸ ਹੁੰਦਾ ਹੈ ਆਪਾਂ ਨੇ ਜੋ ਈਅਰ ਐਂਡ 'ਚ ਅਚੀਵ ਕਰਨਾ ਹੁੰਦਾ ਹੈ, ਠੀਕ ਹੈ। ਤਾਂ ਫਰਮ ਦਾ ਹਰ ਇੱਕ ਦਾ ਆਪਣਾ ਗੋਲ ਹੁੰਦਾ ਕਿ ਮੈਨੇ ਪ੍ਰੋਫਿਟ ਇੰਨਾ ਵਧਾਉਣਾ ਹੈ। ਸੋ ਆਬਜੈਕਟਿਵ ਆਫ ਮੈਨੇਜਮੈਂਟ ਇਹਦਾ ਆਨਸਰ ਨਹੀਂ ਹੈ। ਥਰਡ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਏ ਫਾਈਨੈਂਸ਼ੀਅਲ ਇਨਸੈਂਟਿਵ। ਹੁਣ ਦੇਖੋ ਫਾਈਨੈਂਸ਼ੀਅਲ ਇਨਸੈਂਟਿਵ ਤਾਂ ਤੁਹਾਨੂੰ ਪਤਾ ਹੀ ਹੋਣਗੇ ਕੀ ਹੁੰਦੇ ਆ। ਫਾਈਨੈਂਸ਼ੀਅਲ ਇਨਸੈਂਟਿਵ ਉਹ ਹੁੰਦੇ ਜੋ ਮਨੀ ਦੇ ਰਿਲੇਟਿਡ ਹੁੰਦੇ ਆ। ਇਹਨਾਂ 'ਚੋਂ ਆਪਾਂ ਨੇ ਦੱਸਣਾ ਕਿ ਕਿਹੜਾ ਫਾਈਨੈਂਸ਼ੀਅਲ ਇਨਸੈਂਟਿਵ ਹੈ। ਪ੍ਰਮੋਸ਼ਨ ਨਹੀਂ, ਕਿਉਂਕਿ ਆਪਾਂ ਅਗਰ ਨੀਚੇ ਵਾਲੇ ਲੋਅਰ ਲੈਵਲ ਦੇ ਬੰਦੇ ਨੂੰ ਅਗਰ ਆਪਾਂ ਮਿਡਲ ਲੈਵਲ 'ਚ ਲੈ ਆਈਏ ਤਾਂ ਉਹ ਪ੍ਰਮੋਸ਼ਨ ਮੰਨੀ ਜਾਂਦੀ ਹੈ। ਬੋਨਸ ਬਿਲਕੁਲ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕੁਝ ਕੰਪਨੀ ਦੀਵਾਲੀ ਬੋਨਸ ਦਿੰਦੀਆਂ ਨੇ, ਉਹ ਹੀ ਤੁਹਾਨੂੰ ਮੋਨੀਟਰੀ ਫਾਰਮ 'ਚ ਹੁੰਦਾ, ਠੀਕ ਹੈ ਨਾ। ਉਹ ਕੀ ਕਰਦੀਆਂ ਨੇ, ਤੁਹਾਨੂੰ ਸੈਲਰੀ ਤੋਂ ਇਲਾਵਾ ਜੋ ਵੀ ਤੁਹਾਡਾ ਬੋਨਸ ਹੁੰਦਾ ਇਨ ਦੀ ਫਾਰਮ ਆਫ ਕੈਸ਼ ਤੁਹਾਨੂੰ ਉਹ ਦਿੰਦੀਆਂ ਨੇ। ਜੌਬ ਸਿਕਿਉਰਿਟੀ ਨਹੀਂ। ਜੌਬ ਸਿਕਿਉਰਿਟੀ ਨਾਮ ਤੋਂ ਹੀ ਪਤਾ ਲੱਗਦਾ ਕਿ ਤੁਹਾਡੀ ਜੌਬ ਪੱਕੀ ਕਰ ਦੇਣੀ, ਤੁਹਾਨੂੰ ਸਿਕਿਉਰ ਕਰ ਦੇਣਾ, ਹਾਂ ਕਿ ਤੁਸੀਂ ਇੰਨੇ ਸਾਲ ਉਰੇ ਟਿਕੇ ਰਹੋਗੇ। ਇੰਪਲੋਇਮੈਂਟ ਪਾਰਟਿਸਿਪੇਸ਼ਨ ਦਾ ਮਤਲਬ ਇੱਥੇ ਇਹ ਹੈ ਕਿ ਇੰਪਲੋਇਜ਼ ਨੂੰ ਇਨਵੋਲਵ ਕਰਨਾ ਇਨ ਡਿਸੀਜਨ ਮੇਕਿੰਗ। ਸੋ ਆਪਣਾ ਆਨਸਰ ਕੀ ਹੈ? ਬੋਨਸ। ਫੋਰਥ ਕੁਐਸਚਨ, ਕੰਟਰੋਲਿੰਗ ਫੰਕਸ਼ਨ ਆਫ ਐਨ ਆਰਗੇਨਾਈਜੇਸ਼ਨ ਇਜ਼। ਜਿਹੜਾ ਕੰਟਰੋਲਿੰਗ ਫੰਕਸ਼ਨ ਹੈ ਆਰਗੇਨਾਈਜੇਸ਼ਨ ਦਾ ਕਿਹੜਾ ਹੈ? ਉਹ ਫਾਰਵਰਡ ਲੁਕਿੰਗ ਹੈ, ਬੈਕਵਰਡ ਲੁਕਿੰਗ ਹੈ, ਫਾਰਵਰਡ ਐਜ਼ ਵੈਲ ਐਜ਼ ਬੈਕਵਰਡ ਲੁਕਿੰਗ ਹੈ, ਜਾਂ ਨਨ ਆਫ ਥੀਸ ਹੈ। ਇਹਦਾ ਆਨਸਰ ਹੈ ਫਾਰਵਰਡ ਐਜ਼ ਵੈਲ ਐਜ਼ ਬੈਕਵਰਡ ਲੁਕਿੰਗ। ਹੁਣ ਆਪਾਂ ਦੇਖਦੇ ਹਾਂ ਕਿਉਂ ਹੈ। ਹੁਣ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਆਪਾਂ ਕੰਟਰੋਲਿੰਗ ਕਰਦੇ ਹਾਂ ਇਹਦੇ ਵਿੱਚ ਆਪਾਂ ਸਟੈਂਡਰਡ ਪਰਫਾਰਮੈਂਸ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਕੰਪੇਅਰ ਕਰਦੇ ਹਾਂ ਐਕਚੁਅਲ ਪਰਫਾਰਮੈਂਸ ਨਾਲ। ਜਦੋਂ ਆਪਾਂ ਐਕਚੁਅਲ ਪਰਫਾਰਮੈਂਸ ਦੇਖਾਂਗੇ ਆਪਣੀ ਕੀ ਹੋਈ ਹੈ, ਯਾਨੀ ਕਿ ਆਪਾਂ ਪੋਸਟਮਾਰਟਮ ਕਰ ਰਹੇ ਹਾਂ ਆਪਣੀ ਪਾਸਟ ਐਕਟੀਵਿਟੀਜ਼ ਦਾ,
ਠੀਕ ਹੈ ਕਿ ਆਪਾਂ ਨੇ ਕੈਸੀ ਪਰਫਾਰਮੈਂਸ ਕੀਤੀ ਹੈ। ਫਿਰ ਆਪਾਂ ਨੂੰ ਕੰਪੇਅਰ ਕਰਦੇ ਹਾਂ ਸਟੈਂਡਰਡ ਦੇ ਨਾਲ, ਜੋ ਆਪਾਂ ਨੇ ਪਲੈਨਿੰਗ ਕਰਦੇ ਵਕਤ ਡਿਸਾਈਡ ਕੀਤੀ ਸੀ ਕਿ ਵੈਸੀ ਇਹ ਆਪਣੀ ਜਿਹੜੀ ਐਕਚੁਅਲ ਪਰਫਾਰਮੈਂਸ ਆਈ ਹੈ ਉਹਦੇ ਨਾਲ ਮੈਚ ਹੋ ਰਹੀ ਹੈ ਕਿ ਨਹੀਂ ਹੋ ਰਹੀ। ਸੋ ਇਹ ਕੀ ਹੈ, ਬੈਕਵਰਡ ਲੁਕਿੰਗ ਹੋ ਗਿਆ। ਹੁਣ ਫਾਰਵਰਡ ਲੁਕਿੰਗ ਆਪਾਂ ਕਿਵੇਂ ਆ, ਹੁਣ ਜਦੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਮੈਚ ਨਹੀਂ ਹੋ ਰਹੀ, ਇਹਨਾਂ 'ਚ ਕੋਈ ਡਿਫਰੈਂਸ ਨਿਕਲਿਆ, ਡੈਵੀਏਸ਼ਨ ਨਿਕਲਿਆ, ਹੁਣ ਆਪਾਂ ਨੂੰ ਫਿਊਚਰ ਲਈ ਠੀਕ ਕਰਨ ਲਈ ਆਪਾਂ ਕੀ ਕਰਦੇ ਹਾਂ, ਕੁਝ ਮੇਜਰਸ ਲੈਂਦੇ ਹਾਂ ਜਿਨ੍ਹਾਂ ਲਈ ਪਰਫਾਰਮੈਂਸ ਆਪਣੀ ਇਨਹਾਂਸ ਹੋ ਜੇ ਜਾਂ ਫਿਰ ਕੁਆਲਿਟੀ ਆਪਣੀ ਇਨਕਰੀਜ਼ ਹੋ ਜੇ। ਸੋ ਇਹ ਫਾਰਵਰਡ ਲੁਕਿੰਗ ਇਹਦਾ ਫੀਚਰ ਹੋਇਆ। ਸੋ ਜਿਹੜਾ ਕੰਟਰੋਲਿੰਗ ਫੰਕਸ਼ਨ ਹੈ ਮੈਨੇਜਮੈਂਟ ਦਾ, ਉਹ ਫਾਰਵਰਡ ਐਜ਼ ਵੈਲ ਐਜ਼ ਬੈਕਵਰਡ ਲੁਕਿੰਗ ਬੋਥ ਹੈ। ਇਹਦਾ ਆਨਸਰ ਕੀ ਹੈ, ਸੀ। ਸੈਂਟਰਲਾਈਜੇਸ਼ਨ ਰੈਫਰਸ ਟੂ, ਹੁਣ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੱਸਿਆ ਸੀ ਡੀਸੈਂਟਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ। ਡੀਸੈਂਟਰਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਜਿਹੜੀ ਤੁਹਾਡੇ ਕੋਲ ਅਥਾਰਟੀ ਹੁੰਦੀ ਹੈ, ਡਿਸੀਜਨ ਮੇਕਿੰਗ ਦੀ ਪਾਵਰ ਹੁੰਦੀ ਹੈ, ਉਹ ਹਰ ਇੱਕ ਕਿਤੇ ਸਪਰੈਡ ਕਰ ਦੇਣੀ, ਆਪਣੇ ਲੋਅਰ ਲੈਵਲ ਨੂੰ ਵੀ ਦੇ ਦੇਣੀ ਕਿ ਤੁਸੀਂ ਵੀ ਵਿਦਆਊਟ ਐਨੀ ਰਿਸਟ੍ਰਿਕਸ਼ਨ ਕੋਈ ਵੀ ਡਿਸੀਜਨ ਲੈ ਸਕਦੇ ਹੋ। ਸੋ ਸੈਂਟਰਲਾਈਜੇਸ਼ਨ ਦਾ ਮਤਲਬ ਓਪੋਜ਼ਿਟ ਹੋ ਜਾਊਗਾ। ਰਿਟੈਂਸ਼ਨ ਆਫ ਡਿਸੀਜਨ ਮੇਕਿੰਗ ਅਥਾਰਟੀ, ਕੀ ਜਿਹੜੀ ਡਿਸੀਜਨ ਮੇਕਿੰਗ ਅਥਾਰਟੀ ਆ ਉਹਨੂੰ ਰਿਟੇਨ ਕਰਕੇ ਰੱਖਣਾ ਇੱਕ ਹੱਥ 'ਚ ਹੀ, ਬਿਲਕੁਲ ਇਹਦਾ ਆਨਸਰ ਇਹੀ ਬਣ ਰਿਹਾ। ਡਿਸਪਰਜਲ ਆਫ ਡਿਸੀਜਨ ਮੇਕਿੰਗ ਅਥਾਰਟੀ, ਡਿਸਪਰਜਲ ਮਤਲਬ ਹੁੰਦਾ ਸਪਰੈਡ ਕਰ ਦੇਣਾ, ਨਹੀਂ ਬਿਲਕੁਲ ਗਲਤ ਹੈ। ਕ੍ਰੀਏਟਿੰਗ ਡਿਵੀਜ਼ਨਸ ਐਜ਼ ਏ ਪ੍ਰੋਫਿਟ ਸੈਂਟਰ, ਨਵੀਂ ਡਿਵੀਜ਼ਨਸ ਕ੍ਰੀਏਟ ਕਰ ਦੇਣਾ, ਨਹੀਂ। ਓਪਨਿੰਗ ਨਿਊ ਸੈਂਟਰਸ ਔਰ ਬ੍ਰਾਂਚਿਸ, ਨਵੇਂ ਸੈਂਟਰਸ ਤੇ ਬ੍ਰਾਂਚਿਸ ਖੋਲ ਦੇਣਾ, ਬਿਲਕੁਲ ਵੀ ਨਹੀਂ। ਸੋ ਸੈਂਟਰਲਾਈਜੇਸ਼ਨ ਦਾ ਮਤਲਬ ਹੁੰਦਾ ਰਿਟੈਂਸ਼ਨ ਆਫ ਡਿਸੀਜਨ ਮੇਕਿੰਗ ਅਥਾਰਟੀ, ਕਿ ਆਪਣੀ ਜਿਹੜੀ ਡਿਸੀਜਨ ਮੇਕਿੰਗ ਅਥਾਰਟੀ ਆ ਉਹਨੂੰ ਇੱਕ ਹੱਥ 'ਚ ਹੀ ਰਿਟੇਨ ਕਰਕੇ ਰੱਖਣਾ, ਯਾਨੀ ਕਿ ਉਹਨੂੰ ਸੈਂਟਰ 'ਚ ਹੀ ਰੱਖਣਾ। ਸੋ ਆਪਣਾ ਆਨਸਰ ਕੀ ਹੈ, ਏ। 6th क्वेश्चन, विच ऑफ द फॉलोइंग इज नॉट ए फीचर ऑफ मैनेजमेंट, इन्ना चो मैनेजमेंट का फीचर केड़ा नहीं है। चलो देखते हैं आप। मैनेजमेंट इज़ ए ऑल परवेसिव, मैनेजमेंट ऑल परवेसिव है, यानी कि हर एक जगह लग जाती है, बिल्कुल गल सही है। आप चाहे घरे होवां, चाहे आप बिजनेस होइए, चाहे अपना बिजनेस छोटा हो या बड़ा हो, आपां नूं मैनेजमेंट की लोड़ पैंदी ही पैंदी है। सो विदाउट एनी डाउट ਇਹ ਬਿਲਕੁਲ ਇਹਦਾ ਫੀਚਰ ਹੈਗਾ। ਸੈਕਿੰਡ ਦੇਖੋ, ਮੈਨੇਜਮੈਂਟ ਇਜ਼ ਮਲਟੀ ਡਾਇਮੈਂਸ਼ਨਲ, ਜਿਹੜੀ ਮੈਨੇਜਮੈਂਟ ਆ ਉਹ ਮਲਟੀ ਡਾਇਮੈਂਸ਼ਨਲ ਹੈ। ਹੁਣ ਦੇਖੋ ਮਲਟੀ ਡਾਇਮੈਂਸ਼ਨਲ ਕਿਵੇਂ, ਜਿਹੜੀ ਆਪਾਂ ਮੈਨੇਜਮੈਂਟ ਕਰਦੇ ਆ ਉਹ ਆਪਾਂ ਕਿਸ ਚੀਜ਼ ਦੀ ਮੈਨੇਜਮੈਂਟ ਕਰਦੇ ਆ, ਮੈਨੇਜਮੈਂਟ ਆਫ ਪੀਪਲ, ਵਰਕ ਜੋ ਵੀ ਆਪਾਂ ਕੰਮ ਕਰ ਰਹੇ ਹੁੰਦੇ ਆ, ਤੇ ਆਪਰੇਸ਼ਨਸ ਜੋ ਵੀ ਆਪਾਂ ਆਪਣੀ ਕੰਪਨੀ ਦੇ ਅੰਦਰ ਆਪਰੇਸ਼ਨਸ ਵਗੈਰਾ ਕਰਦੇ ਆ, ਸਾਰਿਆਂ ਦੀ ਆਪਾਂ ਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ। ਸੋ ਮੈਨੇਜਮੈਂਟ ਇਜ਼ ਏ ਮਲਟੀ ਡਾਇਮੈਂਸ਼ਨਲ, ਇਹ ਵੀ ਫੀਚਰ ਸਹੀ ਹੈ। ਆਈਡੈਂਟੀਫਿਕੇਸ਼ਨ ਆਫ ਥ੍ਰੈਟਸ ਐਂਡ ਵਾਰਨਿੰਗ, ਜਿਹੜਾ ਮੈਨੇਜਮੈਂਟ ਹੈ ਉਹ ਆਈਡੈਂਟੀਫਾਈ ਕਰਦਾ ਹੈ ਥ੍ਰੈਟਸ ਤੇ ਵਾਰਨਿੰਗ ਨੂੰ, ਇਹ ਇਹਦਾ ਫੀਚਰ ਨਹੀਂ ਹੈਗਾ। ਕਿਉਂ, ਇਹ ਕਿਹਦਾ ਫੀਚਰ ਹੈ, ਇਹ ਬਿਜ਼ਨਸ ਇਨਵਾਇਰਨਮੈਂਟ ਦਾ ਫੀਚਰ ਹੈ। ਕਿਉਂਕਿ ਜਦੋਂ ਆਪਾਂ ਬਿਜ਼ਨਸ ਇਨਵਾਇਰਨਮੈਂਟ ਦੀ ਸਟੱਡੀ ਕਰਦੇ ਹਾਂ, ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਨਾ ਕਿ ਆਪਣੀ ਕੰਪਨੀ ਲਈ ਕੀ ਥ੍ਰੈਟਸ ਹੈ ਜਾਂ ਫਿਰ ਕੀ ਓਪਰਚੁਨਿਟੀਜ਼ ਹੈ। ਸੋ ਲੇਕਿਨ ਮੈਨੇਜਮੈਂਟ ਆਪਾਂ ਨੂੰ ਇਹ ਚੀਜ਼ ਨਹੀਂ ਦੱਸਦੀ ਕਿ ਕਿਹੜੀ ਆਪਾਂ ਨੂੰ ਚੀਜ਼ ਥ੍ਰੈਟ ਹੈ, ਕਿਹੜੀ ਆਪਣੀ ਵਾਰਨਿੰਗ ਹੈ। ਸੋ ਇਹ ਇਹਦਾ ਫੀਚਰ ਨਹੀਂ ਹੈਗਾ। ਇਹਦਾ ਆਪਸ਼ਨ ਫਿਰ ਕੀ ਆਊਗਾ, ਸੀ। ਡੀ ਵੀ ਦੇਖ ਲਓ ਇੱਕ ਵਾਰ ਕੀ ਹੈ, ਮੈਨੇਜਮੈਂਟ ਇਜ਼ ਏ ਕੰਟੀਨਿਊਅਸ ਪ੍ਰੋਸੈਸ, ਬਿਲਕੁਲ ਮੈਨੇਜਮੈਂਟ ਜਿਹੜਾ ਇੱਕ ਹੈ ਕੰਟੀਨਿਊਅਸ ਪ੍ਰੋਸੈਸ ਹੈ। ਕਿਉਂਕਿ ਕਦੇ ਵੀ ਐ ਨਹੀਂ ਹੁੰਦਾ ਕਿ ਇੱਕ ਵਾਰ ਮੈਨੇਜਮੈਂਟ ਖਤਮ ਕਰਤੀ ਤੋਂ ਦੁਬਾਰਾ ਤੋਂ ਆਪਾਂ ਨੇ ਨਹੀਂ ਕਰਨੀ, ਕਿਉਂਕਿ ਮੈਨੇਜਮੈਂਟ ਆਪਾਂ ਨੂੰ ਹਰ ਇੱਕ ਸਟੈਪ 'ਤੇ ਹਰ ਇੱਕ ਜਗ੍ਹਾ ਆਪਾਂ ਨੂੰ ਲੋੜ ਪੈਂਦੀ ਹੈ ਅਗਰ ਆਪਾਂ ਨੇ ਆਪਣੇ ਆਰਗੇਨਾਈਜੇਸ਼ਨ ਦੇ ਜਿਹੜੇ ਗੋਲ ਆ ਉਹ ਅਚੀਵ ਕਰਨੇ ਆ। ਨੈਕਸਟ ਦੇਖੋ 7th ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਐਨ ਇਕਨੋਮਿਕ ਆਬਜੈਕਟਿਵ ਆਫ ਦਾ ਬਿਜ਼ਨਸ, ਇਹਨਾਂ 'ਚੋਂ ਇਕਨੋਮਿਕ ਆਬਜੈਕਟਿਵ ਕਿਹੜਾ ਨਹੀਂ ਹੈ। ਚਲੋ ਦੇਖਦੇ ਹਾਂ। ਫਸਟ, ਸੋਸ਼ਲ ਇਨਵਾਇਰਨਮੈਂਟ, ਸੋਸ਼ਲ ਇਨਵਾਇਰਨਮੈਂਟ ਇਹ ਇਕਨੋਮਿਕ ਆਬਜੈਕਟਿਵ ਨਹੀਂ, ਇਹ ਸੋਸ਼ਲ ਆਬਜੈਕਟਿਵ ਹੈ। ਸੋਸ਼ਲ ਆਬਜੈਕਟਿਵ ਕਿਵੇਂ, ਹੁਣ ਆਪਾਂ ਜਦੋਂ ਆਪਣਾ ਬਿਜ਼ਨਸ ਰਨ ਕਰਦੇ ਹਾਂ, ਆਪਾਂ ਜੋ ਵੀ ਰਿਸੋਰਸਿਸ ਲੈਂਦੇ ਹਾਂ ਉਹ ਆਪਾਂ ਸੁਸਾਇਟੀ ਤੋਂ ਲੈਂਦੇ ਹਾਂ। ਸੋ ਇੱਕ ਬਿਜ਼ਨਸ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਇਨ ਰਿਟਰਨ ਉਹ ਸੁਸਾਇਟੀ ਨੂੰ ਵੀ ਕੁਛ ਦੇਵੇ, ਜਿਵੇਂ ਕਿ ਉਹ ਪੋਲਿਊਸ਼ਨ ਨਾ ਕਰੇ, ਠੀਕ ਹੈ, ਇੰਪਲੋਇਮੈਂਟ ਓਪਰਚੁਨਿਟੀਜ਼ ਦੇਵੇ, ਠੀਕ ਹੈ, ਅਤੇ ਲੋਕਾਂ ਲਈ ਕੋਈ ਨਾ ਕੋਈ ਸਕੀਮ ਚਲਾਉਂਦਾ ਰਹੇ ਜਿਸ ਨਾਲ ਸੁਸਾਇਟੀ ਨੂੰ ਫਾਇਦਾ ਹੋਵੇ। ਸੋ ਸੋਸ਼ਲ ਇਨਵਾਇਰਨਮੈਂਟ ਕੀ ਹੈ, ਸੋਸ਼ਲ ਆਬਜੈਕਟਿਵ ਹੈ। ਹੁਣ ਦੇਖਦੇ ਹਾਂ ਬਾਕੀ ਦੇ, ਸਰਵਾਈਵਲ, ਪ੍ਰੋਫਿਟ, ਗਰੋਥ, ਇਹ ਸਾਰੇ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ ਇਕਨੋਮਿਕ ਆਬਜੈਕਟਿਵ ਹੁੰਦੇ ਹੈ। ਕਿਉਂਕਿ ਆਪਾਂ ਨੂੰ ਕੰਪਨੀ ਅਗਰ ਰਨ ਕਰਨੀ ਹੈ, ਆਪਾਂ ਨੂੰ ਸਰਵਾਈਵ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਪ੍ਰੋਫਿਟ ਕਮਾਉਣੇ ਬਹੁਤ ਜ਼ਰੂਰੀ ਹੈ, ਇਹ ਤੇ ਆਪਾਂ ਨੂੰ ਗਰੋਥ ਚਾਹੀਦੀ ਹੈ ਅਗਰ ਆਪਾਂ ਨੇ ਲੌਂਗ ਟਰਮ ਇਕੋਨਮੀ 'ਚ ਟਿਕੇ ਰਹਿਣਾ ਨੇ। ਸੋ ਦੀਜ਼ ਆਰ ਦਾ ਇਕਨੋਮਿਕ ਆਬਜੈਕਟਿਵ। 8th ਕੁਐਸਚਨ, ਵਿਚ ਫੈਕਟਰ ਡਜ਼ਨਟ ਡਿਸਕ੍ਰਾਈਬ ਦੀ ਮੈਨੇਜਮੈਂਟ ਐਜ਼ ਏ ਸਾਇੰਸ, ਇਹਨਾਂ 'ਚੋਂ ਕਿਹੜਾ ਐਸਾ ਫੈਕਟਰ ਹੈ ਜਿਹੜਾ ਡਿਸਕ੍ਰਾਈਬ ਨਹੀਂ ਕਰ ਰਿਹਾ ਕਿ ਜਿਹੜੀ ਮੈਨੇਜਮੈਂਟ ਆ ਉਹ ਐਜ਼ ਏ ਸਾਇੰਸ ਹੈ। ਹੁਣ ਦੇਖਦੇ ਹਾਂ। ਫਸਟ ਕੀ ਹੈ, ਸਿਸਟਮੈਟਿਕ ਬਾਡੀ ਆਫ ਨੌਲੇਜ, ਜਿਹੜੀ ਸਾਇੰਸ ਹੈ ਉਹ ਵੀ ਸਿਸਟਮੈਟਿਕ ਬਾਡੀ ਆਫ ਨੌਲੇਜ ਹੁੰਦੀ ਹੈ। ਸੋ ਇਹ ਬਿਲਕੁਲ ਸਹੀ ਹੈ। ਯੂਨੀਵਰਸਲ ਵੈਲਿਡਿਟੀ, ਹੁਣ ਜਿਹੜੇ ਸਾਇੰਸ ਦੇ ਪ੍ਰਿੰਸੀਪਲਸ ਹੁੰਦੇ ਨੇ ਉਹ ਯੂਨੀਵਰਸਲ ਵੈਲਿਡਿਟੀ ਹੁੰਦੇ ਆ ਕਿ ਨਹੀਂ ਹੁੰਦੇ, ਬਿਲਕੁਲ ਹੁੰਦੇ ਆ। ਹੁਣ ਅਗਰ ਤੁਸੀਂ H2O ਦਾ ਫਾਰਮੂਲਾ ਦੇਖੋਗੇ, ਚਾਹੇ ਉਹ ਤੁਸੀਂ ਇੰਡੀਆ 'ਚ ਲਿਖੋ ਜਾਂ ਤੁਸੀਂ ਉਹ US 'ਚ ਜਾ ਕੇ ਦੇਖੋ, ਤਾਂ ਉਹ ਬਿਲਕੁਲ ਸੇਮ ਹੀ ਰਹਿੰਦਾ। ਸੋ ਯੂਨੀਵਰਸਲ ਵੈਲਿਡਿਟੀ ਇਹਨਾਂ ਦੀ ਰਹਿੰਦੀ ਹੈ, ਜਿਹੜੇ ਇਹਦੇ ਪ੍ਰਿੰਸੀਪਲਸ ਹੁੰਦੇ ਨੇ, ਥਿਊਰੀਜ਼ ਹੁੰਦੀਆਂ ਨੇ। ਉਵੇਂ ਹੀ ਮੈਨੇਜਮੈਂਟ ਆ ਉਹ ਵੀ ਯੂਨੀਵਰਸਲ ਵੈਲਿਡਿਟੀ ਹੁੰਦਾ ਸਾਇੰਸ ਦੇ ਤਰੀਕੇ ਨਾਲ, ਕਿਉਂਕਿ ਚਾਹੇ ਤੁਸੀਂ ਉਰੇ ਅਪਲਾਈ ਕਰੋ, ਚਾਹੇ ਤੁਸੀਂ ਕਿਸੇ ਹੋਰ ਕੰਟਰੀ 'ਚ ਜਾ ਕੇ ਅਪਲਾਈ ਕਰੋ, ਤਾਂ ਉਹ ਅਪਲਾਈ ਉਸੇ ਤਰੀਕੇ ਨਾਲ ਹੋਊਗਾ।
ਐਥੀਕਲ ਕੋਡ ਆਫ ਕੰਡਕਟ ਕਿਹਨੂੰ ਦਰਸਾਉਂਦਾ ਹੈ? ਐਥੀਕਲ ਕੋਡ ਆਫ ਕੰਡਕਟ ਸਾਇੰਸ ਦੇ ਵਿੱਚ ਨਹੀਂ ਹੁੰਦਾ, ਇਹ ਕਿਹਦੇ ਵਿੱਚ ਹੁੰਦਾ? ਇਹ ਪ੍ਰੋਫੈਸ਼ਨ ਦੇ ਵਿੱਚ ਹੁੰਦਾ। ਐਥੀਕਲ ਕੋਡ ਆਫ ਕੰਡਕਟ ਆਪਾਂ ਨੂੰ ਦੱਸਦੇ ਹਾਂ ਕਿ ਇੱਕ ਬੰਦੇ ਨੂੰ ਕਿਵੇਂ ਬਿਹੇਵ ਕਰਨਾ ਚਾਹੀਦਾ ਕੋਈ ਪਰਟੀਕੂਲਰ ਸਿਚੁਏਸ਼ਨ ਦੇ ਅੰਦਰ। ਸੋ ਲੇਕਿਨ ਸਾਇੰਸ ਆਪਾਂ ਨੂੰ ਇਹ ਨਹੀਂ ਦੱਸਦੀ। ਸਾਇੰਸ ਮਟੀਰੀਅਲ ਦੇ ਨਾਲ ਇੰਟਰਲਿੰਕ ਹੁੰਦੀ ਹੈ, ਨਾ ਕਿ ਪਰਸਨਸ ਦੇ ਬਿਹੇਵੀਅਰ ਦੇ ਨਾਲ। ਸੋ ਐਥੀਕਲ ਕੋਡ ਆਫ ਕੰਡਕਟ ਇਹਦਾ ਆਨਸਰ ਆਊਗਾ, ਕਿਉਂਕਿ ਇਹ ਸਾਇੰਸ ਦਾ ਫੰਕਸ਼ਨ ਨਹੀਂ ਹੈ। ਹੁਣ ਬਾਕੀ ਦੇਖਦੇ ਹਾਂ ਡੀ ਕੀ ਹੈ। ਪ੍ਰਿੰਸੀਪਲ ਬੇਸਡ ਔਨ ਐਕਸਪੈਰੀਮੈਂਟੇਸ਼ਨ। ਹੁਣ ਜਿਹੜੇ ਸਾਇੰਸ ਦੇ ਪ੍ਰਿੰਸੀਪਲ ਹੁੰਦੇ ਆ ਬਿਲਕੁਲ ਉਹ ਐਕਸਪੈਰੀਮੈਂਟ ਦੇ ਉੱਪਰ ਬੇਸ ਹੁੰਦੇ ਆ, ਅਤੇ ਮੈਨੇਜਮੈਂਟ ਦੇ ਵੀ ਕੁਝ ਪ੍ਰਿੰਸੀਪਲ ਆਪਾਂ ਐਕਸਪੈਰੀਮੈਂਟ ਦੇ ਬੇਸ ਦੇ ਉੱਪਰ ਬਣਾਉਂਦੇ ਹਾਂ, ਜੋ ਕਿ ਨਾਲ ਆਪਾਂ ਓਬਜ਼ਰਵ ਕਰਦੇ ਰਹਿੰਦੇ ਹਾਂ ਚੇਂਜਸ ਲਿਆਉਣ ਲਈ। ਸੋ ਬਿਲਕੁਲ ਇਹ ਤਿੰਨੋਂ ਤਾਂ ਹੈਗੇ ਆ ਸਾਇੰਸ ਦੇ ਡਿਸਕਰਾਈਬ ਕਰ ਰਹੇ ਆ ਕਿ ਮੈਨੇਜਮੈਂਟ ਐਜ਼ ਏ ਸਾਇੰਸ, ਬਟ ਸੀ ਨਹੀਂ ਕਰ ਰਿਹਾ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੰਸਰਨਡ ਵਿਦ ਸਟਾਫਿੰਗ। ਇਹਨਾਂ 'ਚੋਂ ਕਿਹੜਾ ਐਸਾ ਹੈ ਜੋ ਸਟਾਫਿੰਗ ਦੇ ਨਾਲ ਕੰਸਰਨ ਨਹੀਂ ਹੈਗਾ? ਰਿਕਰੂਟਮੈਂਟ ਦੇਖੋ ਹੈਗਾ, ਬਿਲਕੁਲ ਇਹ ਪਹਿਲਾ ਹੀ ਸਟੈਪ ਹੁੰਦਾ ਹੈ ਸਟਾਫਿੰਗ ਦਾ। ਸਿਲੈਕਸ਼ਨ, ਬਿਲਕੁਲ ਜਦੋਂ ਆਪਾਂ ਬੰਦਾ ਰਿਕਰੂਟ ਕਰ ਲੈਂਦੇ ਹਾਂ ਫਿਰ ਆਪਾਂ ਨੂੰ ਸਿਲੈਕਸ਼ਨ ਕਰਨੀ ਪੈਂਦੀ ਹੈ ਕਿ ਰੱਖਣਾ ਕਿ ਨਹੀਂ ਰੱਖਣਾ। ਫਿਰ ਜਦੋਂ ਸਿਲੈਕਟ ਕਰ ਲੈਂਦੇ ਹਾਂ ਫਿਰ ਆਪਾਂ ਉਹਦੀ ਟ੍ਰੇਨਿੰਗ ਕਰਾਉਂਦੇ ਹਾਂ। ਸੋ ਇਹ ਤਿੰਨੋਂ ਕੀ ਹੈ? ਇਹ ਐਲੀਮੈਂਟ ਹੈ ਸਟਾਫਿੰਗ ਦੇ, ਠੀਕ ਹੈ। ਅਤੇ ਪਬਲਿਸਿਟੀ ਦਾ ਮਤਲਬ ਕੀ ਹੁੰਦਾ ਹੈ? ਪਬਲਿਸਿਟੀ ਹੁੰਦਾ ਹੈ ਕਿ ਆਪਾਂ ਕੋਈ ਪ੍ਰੋਡਕਟ, ਪਰਸਨ ਜਾਂ ਫਿਰ ਕੰਪਨੀ ਦੀ, ਠੀਕ ਹੈ, ਇਨਫੋਰਮੇਸ਼ਨ ਨੂੰ ਸਪਰੈਡ ਕਰਦੇ ਹਾਂ। ਕਿਸ ਮੋਟਿਵ ਦੇ ਨਾਲ? ਤਾਂ ਕਿ ਉਹਨਾਂ ਦੀ ਐਡਵਰਟਾਈਜ਼ਮੈਂਟ ਹੋ ਸਕੇ। ਸੋ ਐਡਵਰਟਾਈਜ਼ਮੈਂਟ ਅਲੱਗ ਕੰਸੈਪਟ ਹੁੰਦਾ ਹੈ, ਸਟਾਫਿੰਗ ਅਲੱਗ ਕੰਸੈਪਟ ਹੁੰਦਾ ਹੈ। ਸੋ ਪਬਲਿਸਿਟੀ ਕੀ ਹੈ? ਇਹਨਾਂ 'ਚੋਂ ਓਡ ਵਨ ਆਊਟ ਹੈ। ਸੋ ਇਹ ਸਟਾਫਿੰਗ ਦਾ ਪਾਰਟ ਨਹੀਂ ਹੈ। 10th ਕੁਐਸਚਨ, ਪ੍ਰੋਸੈਸ ਆਫ ਅਟਰੈਕਟਿੰਗ ਕੁਆਲੀਫਾਈਡ ਪਰਸਨਸ ਟੂ ਅਪਲਾਈ ਫॉर द ਜੌਬਸ ਦੈਟ ਆਰ ਓਪਨ ਇਜ਼ ਰੈਫਰਡ ਟੂ ਐਜ਼। ਹੁਣ ਆਪਾਂ ਨੇ ਕੁਆਲੀਫਾਈਡ ਪਰਸਨ ਨੂੰ ਅਟਰੈਕਟ ਕਰਨਾ ਕਿ ਉਹਨਾਂ ਲਈ ਜੌਬ ਓਪਨ ਹੈ, ਤਾਂ ਇਹਨਾਂ 'ਚੋਂ ਕਿਹੜਾ ਪ੍ਰੋਸੈਸ ਹੈ ਉਹ ਚੀਜ਼ ਕਰਦਾ? ਟ੍ਰੇਨਿੰਗ ਨਹੀਂ, ਕਿਉਂਕਿ ਟ੍ਰੇਨਿੰਗ ਆਪਾਂ ਉਦੋਂ ਦਿੰਦੇ ਹਾਂ ਜਦੋਂ ਆਪਾਂ ਬੰਦਾ ਸਿਲੈਕਟ ਕਰ ਲੈਂਦੇ ਹਾਂ, ਕੰਪਨੀ ਦੇ ਵਿੱਚ ਆ ਜਾਂਦਾ ਹੈ। ਰਿਕਰੂਟਮੈਂਟ, ਬਿਲਕੁਲ, ਕਿਉਂਕਿ ਰਿਕਰੂਟਮੈਂਟ ਇੱਕ ਪੋਜ਼ੀਟਿਵ ਪ੍ਰੋਸੈਸ ਹੁੰਦਾ ਹੈ ਜਿੱਥੇ ਆਪਾਂ ਲੋਕਾਂ ਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਓਪਰਚੁਨਿਟੀਜ਼ ਅਵੇਲੇਬਲ ਹੈ, ਸੋ ਸਾਡੀ ਕੰਪਨੀ ਦੇ ਵਿੱਚ ਆ ਕੇ ਅਪਲਾਈ ਕਰੋ। ਸੋ ਇਹਦਾ ਆਪਸ਼ਨ ਕੀ ਹੈ? ਬੀ। ਹਿਊਮਨ ਰਿਸੋਰਸ ਮੈਨੇਜਮੈਂਟ, ਇਹ ਵੀ ਆਪਾਂ ਬਾਅਦ 'ਚੋਂ ਕਰਦੇ ਜਦੋਂ ਬੰਦੇ ਦੀ ਸਿਲੈਕਸ਼ਨ ਹੋ ਜਾਂਦੀ ਹੈ। ਆਪਾਂ ਰਿਸੋਰਸਿਸ ਨੇ ਜਿਹੜੇ ਹਿਊਮਨ ਰਿਸੋਰਸਿਸ ਆ ਉਹਨਾਂ ਨੂੰ ਮੈਨੇਜ ਕਰਦੇ ਆ ਕੰਪਨੀ ਦੇ ਵਿੱਚ। ਟਰਾਂਸਫਰ ਦਾ ਮਤਲਬ ਕੀ ਹੁੰਦਾ ਹੈ? ਇੱਕ ਪੋਸਟ ਤੋਂ ਦੂਜੀ ਪੋਸਟ 'ਤੇ ਟਰਾਂਸਫਰ ਕਰ ਦੇਣਾ, ਯਾਨੀ ਕਿ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਦੇ ਵਿੱਚ ਬੰਦੇ ਨੂੰ ਸ਼ਿਫਟ ਕਰ ਦੇਣਾ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਟਰਾਂਸਫਰ ਕਹਿ ਦਿੰਦੇ ਹਾਂ। ਸੋ ਇਹਦਾ ਆਪਸ਼ਨ ਕੀ ਹੈ? ਬੀ। ਅੱਜ ਲਈ ਇੰਨਾ ਹੀ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਜ਼ਰੂਰ ਲਾਈਕ ਅਤੇ ਸ਼ੇਅਰ ਕਰਿਓ। ਨਾਲੇ ਜੋ ਸਟੂਡੈਂਟਸ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਮੇਰੀ ਉਹਨਾਂ ਤੋਂ ਰਿਕੁਐਸਟ ਹੈ ਕਿ ਤੁਸੀਂ ਸਬਸਕ੍ਰਾਈਬ ਕਰ ਲਓ। ਐਂਡ ਜੋ ਸਟੂਡੈਂਟਸ ਹਜੇ ਤੱਕ ਸਾਡੇ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਕਨੈਕਟ ਨਹੀਂ ਹੈ ਤਾਂ ਤੁਸੀਂ ਸਾਡੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਕਨੈਕਟ ਹੋਇਓ, ਕਿਉਂਕਿ ਉੱਥੇ ਅਸੀਂ ਡੇਲੀ ਦੇ ਕਰੰਟ ਅਫੇਅਰ ਐਂਡ ਕੁਇਜ਼ਿਸ ਪਾਉਂਦੇ ਰਹਿੰਦੇ ਹਾਂ, ਜਿਨ੍ਹਾਂ ਦਾ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਸੋ ਥੈਂਕ ਯੂ।